ਵਾਹ ਗੁਰੂ ਜੀ ਕਾ ਖਾਲਸਾ, ਵਾਹ ਗੁਰੂ ਜੀ ਕੀ ਫਤਿਹ। ਗੁਰੂ ਵਾਹ ਹੈ, ਗੁਰੂ ਨੂੰ ਧੰਨ ਕਿਹਾ ਗਿਆ ਹੈ। ਖਾਲਸਾ ਗੁਰੂ ਦਾ ਸਾਜਿਆ ਹੋਇਆ, ਖਾਲਸਾ ਗੁਰੂ ਦੀ ਫੌਜ ਹੈ। ਖਾਲਸੇ ਦੀ ਫਤਿਹ, ਗੁਰੂ ਦੀ ਫਤਿਹ। ਇਸ ਨੂੰ ਅਸੀਂ ਹੋਰ ਤਰ੍ਹਾਂ ਵੀ ਦੇਖ ਸਕਦੇ ਹਾਂ। ਵਾਹ ਗੁਰੂ ਜੀ ਕਾ ਖਾਲਸਾ, ਇਹਦਾ ਮਤਲਬ ਗੁਰੂ ਜੀ ਦਾ ਖਾਲਸਾ ਜਿਹੜਾ ਹੈ ਉਹ ਵਾਹ ਹੈ, ਉਹ ਤਨ ਹੈ। ਅੱਗੇ ਫਿਰ ਵਾਹ ਗੁਰੂ ਜੀ ਕੀ ਫਤਿਹ। ਜਿਹੜੀ ਗੁਰੂ ਜੀ ਦੀ ਫਤਿਹ ਹੁੰਦੀ ਹੈ ਉਹ ਵੀ ਵਾਹ ਹੁੰਦੀ ਹੈ, ਉਹ ਵੀ ਤਨ ਹੁੰਦੀ ਹੈ। ਇਸ ਤਰ੍ਹਾਂ ਵੀ ਇਹਦੇ ਅਰਥ ਕੀਤੇ ਜਾ ਸਕਦੇ ਹਨ, ਕਿਉਂਕਿ ਵਾਹ ਸ਼ਬਦ ਵੱਖਰਾ ਹੈ, ਗੁਰੂ ਸ਼ਬਦ ਵੱਖਰਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਹਨ। ਦੋਵੇਂ ਸ਼ਬਦ ਵਰਤੇ ਗਏ ਹਨ ਵੱਖਰੇ ਵੱਖਰੇ। ਪਿਆਰੇ ਦਰਸ਼ਕੋ, ਅੱਜ ਦਰਸ਼ਨ ਕਰਦੇ ਹਾਂ ਅਰਬੀ ਅਤੇ ਫਾਰਸੀ ਭਾਸ਼ਾਵਾਂ ਦੇ, ਜਿਹੜੀਆਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ 'ਤੇ ਵਰਤੀਆਂ ਗਈਆਂ ਹਨ। ਇਹਨਾਂ ਨੂੰ ਸਮਝਣ ਲਈ ਅਸੀਂ ਇੱਕ ਸ਼ਬਦ ਦੀ ਵਿਚਾਰ ਕਰਾਂਗੇ। ਉਹ ਸ਼ਬਦ 345 ਪੰਨੇ ਉੱਤੇ ਸੁਸ਼ੋਭਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ, ਗੌੜੀ ਰਾਗ ਵਿੱਚ ਸ਼ਬਦ ਹੈ ਤੇ ਸ਼ੁਰੂ ਹੁੰਦਾ ਹੈ ਇਹ ਇੱਕ ਸ਼ਬਦ ਤੋਂ, ਜਿਸ ਨੂੰ ਲਿਖਿਆ ਗਿਆ ਹੈ ਬੇਗਮ, ਇਕੱਠਾ ਕਰਕੇ ਲਿਖਿਆ ਗਿਆ ਹੈ। ਪਦਛੇਦ ਦੀ ਪ੍ਰੋਬਲਮ ਹੈ। ਪਦਛੇਦ ਦੀ ਪ੍ਰੋਬਲਮ ਬਹੁਤ ਥਾਈਂ ਹੈ। ਵਾਹਿਗੁਰੂ ਸ਼ਬਦ ਜਿਹੜਾ ਇਕੱਠਾ ਕਰਕੇ ਲਿਖਿਆ ਉਹ ਹੀ ਪਦਛੇਦ ਦੀ ਪ੍ਰੋਬਲਮ ਹੈ। ਹੋਰ ਅਸੀਂ ਕਈ ਸ਼ਬਦ ਜੋੜਾਂ 'ਤੇ ਵਿਚਾਰ ਕਰ ਚੁੱਕੇ ਹਾਂ ਜਿੱਥੇ ਪਦਛੇਦ ਦੀ ਪ੍ਰੋਬਲਮ ਚੱਲੀ ਆ ਰਹੀ ਹੈ। ਇੱਥੇ ਵੀ ਪਦਛੇਦ ਦੀ ਪ੍ਰੋਬਲਮ ਹੈ। ਸ਼ਬਦ ਇਹ ਬੇਗਮ ਨਹੀਂ, ਬੇ ਵੱਖਰਾ ਸੀ ਤੇ ਜਿਹੜਾ ਅਗਮ ਸ਼ਬਦ ਹੈ ਉਹ ਵੱਖਰਾ ਹੈ। ਇਸ ਗੱਲ ਨੂੰ ਸਮਝਣ ਲਈ ਆਪਾਂ ਪਹਿਲਾਂ ਮਹਾਨ ਕੋਸ਼ ਵੱਲ ਚੱਲਦੇ ਹਾਂ। ਮਹਾਨ ਕੋਸ਼ ਦੇ ਵਿੱਚ ਇਹ ਹੈ ਸ਼ਬਦ ਬੇ। ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਕਿਵੇਂ ਲਿਖੀਦਾ ਇਹ ਲਿਖ ਕੇ ਵੀ ਦੱਸਿਆ ਗਿਆ ਮੋਹਰੇ। ਫਾਰਸੀ ਦੇ ਵਿੱਚ ਬੇ ਦੇ ਨਾਲ ਵੱਡੀ ਏ ਦੀ ਮਾਤਰਾ ਪਾਈ ਹੋਈ ਹੈ, ਬੇ, ਜਿਹਦੇ ਨਾਲ ਲਾਮ ਬਣਦੀ ਹੈ। ਬੇ ਜਿਹੜਾ ਅਰਬੀ, ਫਾਰਸੀ, ਉਰਦੂ ਦਾ ਇਹ ਅੱਖਰ ਵੀ ਹੈ ਬੇ, ਬੱਬੇ ਨਾਲ। ਤੋਂ ਪਹਿਲਾਂ ਅਰਬਿਕ ਭਾਸ਼ਾ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਪਰਸ਼ੀਅਨ ਬਣੇ। ਕੁਝ ਸ਼ਬਦ ਜਿਹੜੇ ਅਰਬਿਕ ਵਿੱਚ ਨਹੀਂ ਸਨ ਉਹ ਜੋੜ ਕੇ ਉਹ ਪਰਸ਼ੀਅਨ ਬਣਾਏ ਗਏ। ਪਰਸ਼ੀਅਨ ਵਿੱਚ ਕੁਝ ਹੋਰ ਸ਼ਬਦ ਜੋੜੇ ਗਏ ਤਾਂ ਫਿਰ ਉਰਦੂ ਬਣ ਗਿਆ। ਤਾਂ ਉਰਦੂ ਜਿਹੜਾ ਹੈ ਇਹ ਲੇਟੈਸਟ ਡਿਵੈਲਪਮੈਂਟ ਹੈ, ਸਟਾਰਟਿੰਗ ਫਰੋਮ ਅਰਬਿਕ। ਇੱਥੇ ਪਿਆਰਿਓ, ਮਹਾਨ ਕੋਸ਼ ਦਾ ਇਹ ਪੰਨਾ ਹੈ 3196। 3196 ਪੰਨੇ ਉੱਤੇ ਇਹ ਲਿਖਿਆ ਹੈ ਬੱਬੇ ਨੂੰ ਲਾਮ ਬੇ। ਇਹ ਵੱਖਰਾ ਸ਼ਬਦ ਸੀ, ਗਮ ਸ਼ਬਦ ਵੱਖਰਾ ਸੀ। ਪਦਛੇਦ ਕਰਨ ਵਾਲੇ ਨੇ ਇਹ ਨਹੀਂ ਸੋਚਿਆ ਕਿ ਬੇ ਕਿਹੜੀ ਭਾਸ਼ਾ ਦਾ ਹੈ ਅਤੇ ਗਮ ਸ਼ਬਦ ਕੀ ਹੈ, ਕਿਹੜੀ ਭਾਸ਼ਾ ਦਾ ਹੈ। ਉਸ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਇਕੱਠੇ ਕਰਕੇ ਲਿਖ ਦਿੱਤਾ। ਤੋ ਬੇ ਦਾ ਮਤਲਬ ਹੁੰਦਾ ਬਿਨਾਂ, ਬਗੈਰ। ਜਿਸ ਤਰ੍ਹਾਂ ਕਹਿੰਦੇ ਬੇਐਬ, ਇਹਨਾਂ ਨੂੰ ਅਲੱਗ ਅਲੱਗ ਲਿਖਣਾ ਚਾਹੀਦਾ, ਬੇ ਅਤੇ ਐਬ, ਬੇ ਅਤੇ ਗਮ, ਤਾਂ ਜੋ ਪੜ੍ਹਨ ਵਾਲਾ ਜਿਹੜਾ ਹੈ, ਪਾਠਕ ਜਿਹੜਾ ਹੈ ਉਹ ਸਮਝ ਸਕੇ ਕਿ ਸ਼ਬਦ ਜੋੜ ਇੱਥੇ ਕੀ ਚੱਲ ਰਿਹਾ ਹੈ। ਹੁਣ ਜਿਹੜਾ ਬੇਗਮ ਸ਼ਬਦ ਹੈ
ਇਕੱਠਾ ਇਹ ਵੀ ਸ਼ਬਦ ਹੁੰਦਾ ਹੈ ਬੇਗਮ। ਇਹ 3199 ਪੰਨੇ ਉੱਤੇ ਹੈ। ਕੁਝ ਹੋਰ ਸ਼ਬਦ ਆਪਾਂ ਦੇਖ ਲੈਂਦੇ ਹਾਂ, ਇਸ ਤਰ੍ਹਾਂ ਬੇਐਬ, ਬੇਈਮਾਨ, ਇਸ ਤਰ੍ਹਾਂ ਸ਼ਬਦ ਬਹੁਤ ਸਾਰੇ। ਬੇਸਪਾਸ, ਬੇਸਪਾਸ ਮਤਲਬ ਨਾ ਸ਼ੁਕਰਾ ਜਿਹੜਾ ਹੋਵੇ, ਜਿਹੜਾ ਅਕਿਰਤ ਕਣ ਹੋਵੇ, ਇਹਨੂੰ ਨਾ ਸ਼ੁਕਰਾ ਬੇਸਪਾਸ ਵੀ ਕਹਿੰਦੇ ਆ। ਬੇ ਵੱਖਰਾ ਲਿਖਿਆ, ਸਪਾਸ ਵੱਖਰਾ ਲਿਖਿਆ। ਫਾਰਸੀ ਦਾ ਇਹ ਸ਼ਬਦ ਹੈ ਬੇਸਪਾਸ। ਇਸ ਤਰ੍ਹਾਂ ਹੀ ਇੱਥੇ ਸ਼ਬਦ ਬੇਹਯਾ ਆ ਲਿਖਿਆ, ਬੇਹਯਾ। ਬੇ ਵੱਖਰਾ ਹੈ, ਹਯਾ ਵੱਖਰਾ ਹੈ। ਫਾਰਸੀ ਦਾ ਸ਼ਬਦ ਹੈ ਬੇ ਵੱਖਰਾ, ਹਯਾ ਵੱਖਰਾ। ਲਿਖ ਕੇ ਵੀ ਦੱਸਿਆ ਹੋਇਆ ਹੈ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹ ਕਿੱਦਾਂ ਲਿਖੇ ਜਾਂਦੇ ਆ। ਤੋ ਜੋ ਹਯਾ ਨਹੀਂ ਰੱਖਦਾ, ਜਾਣੀ ਜੋ ਸ਼ਰਮ ਨਹੀਂ ਰੱਖਦਾ, ਬੇ ਮੈਨੇ ਬਿਨਾ, ਬਿਨਾ ਹਯਾ ਤੋਂ, ਬਿਨਾ ਸ਼ਰਮ ਤੋਂ, ਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਬੇਸ਼ਰਮ, ਨਿਰਲੱਜ। ਤੇ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਬੇ ਸ਼ਬਦ ਵੱਖਰਾ ਹੈ, ਤੇ ਜਿਹੜਾ ਬੇਗਮ ਸ਼ਬਦ ਬਣਦਾ ਹੈ ਬੇ ਤੋਂ, ਬੱਬੇ ਨੂੰ ਲਾਮ ਤੋਂ, ਉੱਥੇ ਇਹ ਬੇ ਸ਼ਬਦ ਵੱਖਰਾ ਹੈ। ਬੇਗਮ ਸ਼ਬਦ ਜਿਹੜਾ ਜਦੋਂ ਇਕੱਠਾ ਲਿਖਿਆ ਜਾਂਦਾ ਹੈ ਤਾਂ ਇਹ ਤੁਰਕੀ ਭਾਸ਼ਾ ਦਾ ਸ਼ਬਦ ਬਣ ਜਾਂਦਾ। ਤੁਰਕੀ ਭਾਸ਼ਾ ਦੇ ਵਿੱਚ ਇਹ ਲਿਖਿਆ, ਤੁਰਕੀ ਭਾਸ਼ਾ ਵਿੱਚ ਬੇਗਮ, ਬੇਗਮ। ਬੇਗਮ ਦਾ ਕੀ ਮਤਲਬ ਬਣ ਗਿਆ? ਬੇਗ ਦਾ ਮਤਲਬ ਅਮੀਰ ਦੀ ਇਸਤਰੀ। ਇੱਕ ਅਮੀਰ ਮਨੁੱਖ ਜਿਹਨੂੰ ਬੇਗ ਕਹਿੰਦੇ ਹਨ, ਉਹਦੀ ਇਸਤਰੀ ਨੂੰ ਤੁਰਕੀ ਵਿੱਚ ਬੇਅਮੀਰ ਨੂੰ ਬੇਗ ਕਹਿੰਦੇ ਆ, ਅਤੇ ਤੁਰਕੀ ਵਿੱਚ ਬੇਗ ਦੀ ਘਰਵਾਲੀ ਨੂੰ ਬੇਗਮ ਕਿਹਾ ਜਾਂਦਾ ਹੈ, ਜਿਹਦਾ ਬਹੁਵਚਨ ਬੇਗਮਾਤ ਬਣ ਜਾਂਦਾ। ਤਾਂ ਇੱਥੇ ਸਾਫ਼ ਮਹਾਨ ਕੋਸ਼ ਵਿੱਚ ਬੇਗਮ ਸ਼ਬਦ ਜੇ ਇਕੱਠਾ ਲਿਖਣਾ ਹੈ ਤਾਂ ਇਹਦਾ ਮਤਲਬ ਬਣਦਾ ਬੇਗ ਦੀ ਇਸਤਰੀ, ਬੇਗਮ। ਪਰ ਜਿਹੜਾ ਆਪਣੇ ਕੋਲ ਸ਼ਬਦ ਹੈ ਉਹ ਬੇਗ ਦੀ ਇਸਤਰੀ ਅਰਥ ਵਾਲਾ ਨਹੀਂ, ਭਾਵੇਂ ਇਕੱਠਾ ਲਿਖਿਆ ਹੋਇਆ, ਉੱਥੇ ਬੇ ਵੱਖਰਾ ਹੈ ਅਤੇ ਗਮ ਸ਼ਬਦ ਜਿਹੜਾ ਹੈ ਵੱਖਰਾ ਹੈ। ਅਤੇ ਗਮ ਜਿਹੜਾ ਉਹ ਗੱਗੇ ਵਾਲਾ ਨਹੀਂ, ਬੇਗਮ ਵਿੱਚ ਗਮ ਜਿਹੜਾ ਗੱਗੇ ਵਾਲਾ ਆ। ਬੇਗਮ ਸ਼ਬਦ ਵਿੱਚ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਪੜ੍ਹਨਾ ਆ ਬੇਗਮਪੁਰਾ, ਉੱਥੇ ਗੱਗਾ ਜਿਹੜਾ ਉਹ ਸਿੰਪਲ ਸਾਊਂਡ ਨਹੀਂ ਹੈ, ਉੱਥੇ ਗੱਗੇ ਦੀ ਐਸਪੀਰੇਟਡ ਸਾਊਂਡ ਹੈ, ਦੋਹਰੀ ਸਾਊਂਡ ਕਹਿ ਸਕਦੇ ਜਿਹਨੂੰ ਆਪਾਂ ਕਹਿੰਦੇ ਹਾਂ ਪੈਰ ਬਿੰਦੀ ਵਾਲੀ ਸਾਊਂਡ ਗੱਗੇ ਦੀ ਉੱਥੇ ਚੱਲਦੀ ਹੈ, ਜਿੱਥੇ ਅਸੀਂ ਬੇਗਮਪੁਰਾ ਪੜ੍ਹਾਂਗੇ। ਤਾਂ ਇਹ ਤਾਂ ਆਪਾਂ ਦੇਖ ਲਿਆ ਕਿ ਬੇਗਮ ਸ਼ਬਦ ਨਹੀਂ ਸੀ, ਇਹ ਪਦਛੇਦ ਰੌਂਗ ਹੋਇਆ। ਇਹ ਰੌਂਗ ਪਦਛੇਦ ਜਿਹੜਾ ਹੈ ਇਹਦੀ ਆਪਾਂ ਰਵਾਇਤ ਵੀ ਦੇਖ ਲੈਂਦੇ ਹਾਂ, ਇਹ ਕਿੱਥੋਂ ਚੱਲਦਾ ਹੈ। ਇਹ ਹੈ ਟੀਕਾ ਫਰੀਦਕੋਟ ਵਾਲਾ, ਜਿਸ ਨੂੰ ਸਭ ਤੋਂ ਪਹਿਲਾ ਟੀਕਾ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਇਹ ਫਰੀਦਕੋਟ ਵਾਲੇ ਰਾਜੇ ਨੇ ਕੁਝ ਸੱਜਣਾਂ ਨੂੰ ਲਾ ਕੇ, ਉਹ ਸੱਜਣ ਨਿਰਮਲਾ ਪੰਥ ਨਾਲ ਸੰਬੰਧ ਰੱਖਦੇ ਸਨ, ਵੇਦਾਂ ਸ਼ਾਸਤਰਾਂ ਦੇ ਗਿਆਤਾ ਸਨ, ਉਹਨਾਂ ਨੂੰ ਇਸ ਕੰਮ ਵਾਸਤੇ ਲਾਇਆ। ਕੁਝ ਟੀਮ ਬਣ ਗਈ ਸੀ ਕੁਝ ਸੱਜਣਾਂ ਦੀ, ਉਹਨਾਂ ਨੇ ਇਹ ਟੀਕਾ ਬਣਾਇਆ। ਤਾਂ ਗਿਆਨੀ ਬਤਨ ਸਿੰਘ ਮੇ ਵੀ ਇਹਨਾਂ ਦੇ ਹੈੱਡ ਹੋਣਗੇ, ਕਿਉਂਕਿ ਉਹਨਾਂ ਦੇ ਨਾਂ 'ਤੇ ਟੀਕਾ ਵੱਜਦਾ ਹੈ। ਤਾਂ ਇਹਦੇ ਵਿੱਚ ਵੀ ਉਹਨਾਂ ਨੇ ਇਕੱਠਾ ਲਿਖ ਦਿੱਤਾ ਬੇਗਮ, ਭਾਵੇਂ ਅਰਥ ਉਹਨਾਂ ਨੇ ਇੱਥੇ ਕਰਨ ਲੱਗਿਆ ਬੇਗਮ ਦਾ ਮਤਲਬ ਔਰਤ ਨਹੀਂ ਕੀਤਾ, ਇੱਥੇ ਅਰਥ ਕੀਤਾ ਉਹਨਾਂ ਨੇ शोक रहत सर्व का नाम है। शोक रहत, अफसोस अर्थात शोक रहत शहर का नाम है। पर जे लिख देंगे बेवखरा ते गम वखरा तो इन्होंने की फर्क पैना सी, ਇਹਦਾ अर्थ
ਸਪਸ਼ਟ ਹੋ ਜਾਣਾ ਸੀ, ਪਾਠ ਕਰਨ ਵਾਲੇ ਨੂੰ ਕੋਈ ਇੱਥੇ ਪ੍ਰੋਬਲਮ ਨਹੀਂ ਸੀ ਹੋਣੀ। ਸੋ ਇਸ ਤਰ੍ਹਾਂ ਇਹ ਚੱਲਿਆ। ਇਹਦਾ ਪਦਛੇਦ। ਹੁਣ ਆਪਾਂ ਸ਼ਬਦ ਵੱਲ ਚੱਲਦੇ ਹਾਂ। ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਟੀਕਾ ਜਿਹੜਾ ਹੈ, ਉਹਦੀ ਚੌਥੀ ਪੋਥੀ ਹੈ, ਚੌਥਾ ਵੋਲੀਅਮ ਹੈ। ਉਹਦੇ ਵਿੱਚ ਸ਼ਬਦ ਹੈ 345 ਪੰਨੇ ਉੱਤੇ। ਸੋ ਇਹਦੇ ਵਿੱਚ ਜਿਹੜੇ ਅਰਬੀ ਅਤੇ ਫਾਰਸੀ ਦੇ ਸ਼ਬਦ ਆਉਂਦੇ ਹਨ, ਉਹਨਾਂ 'ਤੇ ਆਪਾਂ ਇੱਕ ਨਜ਼ਰ ਮਾਰ ਲੈਂਦੇ ਹਾਂ। ਅਰਬੀ ਅਤੇ ਫਾਰਸੀ ਦੇ ਜਿਹੜੇ ਇਹਦੇ ਵਿੱਚ ਸ਼ਬਦ ਵਰਤੇ ਗਏ ਹਨ। ਫਾਰਸੀ ਦੇ ਸ਼ਬਦ ਜਿਹੜੇ ਵਰਤੇ ਗਏ ਹਨ, ਉਹਨਾਂ ਵਿੱਚ ਫਾਰਸੀ ਲਿਖਣ ਲੱਗਿਆ ਫੱਫੇ ਪੈਰ ਬਿੰਦੀ ਪੈਂਦੀ ਆ, ਫਾਰਸੀ। ਇਹਦੇ ਵਿੱਚ 10 ਸ਼ਬਦ ਫਾਰਸੀ ਦੇ ਹਨ। ਬੇ, ਸ਼ਹਰ, ਅੰਦੋਹ ਦਾ ਅਰਥ ਚਿੰਤਾ, ਖੂਬ ਇਹਦਾ ਮਤਲਬ ਉੱਤਮ, ਵਧੀਆ, ਪਾਤਸ਼ਾਹੀ ਇਹਦਾ ਮਤਲਬ ਬਾਦਸ਼ਾਹੀ, ਅੱਗੇ ਗਹ, ਗੱਗਾ ਗਹ ਇਹਦਾ ਮਤਲਬ ਥਾਂ, ਦੋਮ ਫਾਰਸੀ ਸ਼ਬਦ ਹੈ। ਫਾਰਸੀ ਸ਼ਬਦ ਹੈ ਦੁਬਮ, ਉਹ ਤੋਂ ਬਣਿਆ ਦੋਮ, ਇਹਦਾ ਮਤਲਬ ਦੂਜਾ। ਅੱਗੇ ਸੇਮ ਸ਼ਬਦ ਆਏਗਾ, ਇਹ ਵੀ ਫਾਰਸੀ ਦਾ, ਇਹ ਬਣਦਾ ਸਿਵੁਮ ਤੋਂ। ਸਿਵੁਮ ਫਾਰਸੀ 'ਚ ਹੁੰਦਾ ਹੈ, ਇਹਦਾ ਅਰਥ ਹੈ ਤੀਜਾ। ਦੋਮ ਦਾ ਮਤਲਬ ਦੂਜਾ, ਸੇਮ ਦਾ ਮਤਲਬ ਤੀਜਾ। ਆਬਾਦਾਨ, ਆਬਾਦਾਨ ਫਾਰਸੀ ਸ਼ਬਦ ਦਾ ਮਤਲਬ ਵਸਿਆ ਹੋਇਆ। ਉੱਥੇ ਉਜਾੜਾ ਨਹੀਂ ਪਿਆ ਹੋਇਆ, ਉੱਥੇ ਵਸੇਵਾ ਹੈ, ਵਸਿਆ ਹੋਇਆ ਸ਼ਹਿਰ ਹੈ। ਅੱਗੇ ਹੈ ਸ਼ਬਦ ਸ਼ਹਿਰੀ, ਇਹ ਸ਼ਹਿਰ ਤੋਂ ਬਣਦਾ ਹੈ। ਸ਼ਹਿਰੀ ਇਹਦਾ ਮਤਲਬ ਹੈ ਸਾਥੀ ਜਾਂ ਸਤਸੰਗੀ, ਜਿਸ ਨੂੰ ਇੱਥੇ ਸ਼ਹਿਰੀ ਕਿਹਾ ਗਿਆ। ਅਰਬੀ ਦੇ ਸ਼ਬਦ ਦੇਖੀਏ, ਐੜੇ ਪੈਰ ਬਿੰਦੀ ਪੈਂਦੀ ਹੈ ਅਰਬੀ, ਅਤੇ ਇਹਦੇ ਵਿੱਚ 17 ਸ਼ਬਦ ਅਰਬੀ ਭਾਸ਼ਾ ਦੇ ਇਹ ਸ਼ਬਦ ਵਿੱਚ ਹਨ। ਗਮ, ਗਮ ਮਤਲਬ ਸੋਗ, ਬੇ ਪਲੱਸ ਗਮ, ਗੱਗੇ ਪੈਰ ਬਿੰਦੀ ਹੈ ਗਮ। ਫਿਰ ਤਸ਼ਵੀਸ਼, ਸੋ ਪਾਠ ਦਾ ਜਿਹੜਾ ਉਚਾਰਨ ਹੈ ਉਹ ਦਾਸ ਨਾਲ ਕਰ ਰਿਹਾ। ਤਸ਼ਵੀਸ਼ ਜੇ ਪੈਰ ਬਿੰਦੀਆਂ ਜਿੱਥੇ ਜਿੱਥੇ ਬੋਲਣੀਆਂ ਬਣਦੀਆਂ ਭਾਸ਼ਾ ਦੇ ਅਨੁਸਾਰ, ਇਹਦਾ ਅਰਥ ਹੈ ਘਬਰਾਹਟ। ਖਿਰਾਜ, ਖਿਰਾਜ ਖਬਰ ਬਿੰਦੀ ਹੈ, ਖਿਰਾਜ ਦਾ ਮਤਲਬ ਟੈਕਸ, ਕਰ। ਖੌਫ, ਦੋ ਬਿੰਦੀਆਂ ਹਨ ਖੱਕੇ ਨੂੰ ਫੱਫੇ ਨੂੰ, ਖੌਫ ਦਾ ਮਤਲਬ ਡਰ। ਖਤਾ, ਖਤਾ ਦਾ ਮਤਲਬ ਦੋਸ਼ ਜਾਂ ਪਾਪ। ਸੋ ਕਈ ਸੱਜਣ ਇਸ ਨੂੰ ਬੋਲਣ ਲੱਗਿਆਂ ਕਈ ਵਾਰੀ ਜ਼ੋਰ ਨਾਲ ਖੱਤਾ ਵੀ ਪੜ੍ਹ ਦਿੰਦੇ ਹਨ, ਅਤੇ ਖਤੇ ਸ਼ਬਦ ਵੀ ਹੈ ਉਸ ਨੂੰ ਵੀ ਖੱਤੇ ਬੋਲ ਦਿੰਦੇ ਹਨ। ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਖੱਤੇ ਤਾਂ ਫੀਲਡ ਹੁੰਦੇ ਆ, ਫੀਲਡਸ ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਇਹ ਗੱਲ ਨਹੀਂ ਹੁੰਦੀ। ਉੱਥੇ ਖੱਕਾ ਜਿਹੜਾ ਆ ਪੈਰ ਬਿੰਦੀ ਬਣਾਉਂਦਾ, ਅਤੇ ਤੱਤਾ ਜਿਹੜਾ ਹੈ ਇਹ ਵੀ ਪੈਰ ਬਿੰਦੀ ਵਾਲਾ ਹੁੰਦਾ ਹੈ। ਤੱਤਾ ਜਿਹੜਾ ਇੱਥੋਂ ਆਪਾਂ ਬਿੰਦੀ ਜਿਹੜੀ ਹੈ ਉਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਸ਼ੋਅ ਕਰਨ ਦੀ। ਜਦੋਂ ਤੇਰ ਬਿੰਦੀ ਹੋ ਗਈ ਤੇ ਇਸ ਨੂੰ ਹੁਣ ਕੰਨਾ ਪਾਇਆ ਜਾਣਾ। ਸੋ ਇਹ ਥੋੜ੍ਹਾ ਜਿਹਾ
ਜੋ ਰਾਵੀ ਕੀਬੋਰਡ ਹੈ ਉਹਦੇ ਵਿੱਚ ਇਹ ਪ੍ਰੋਬਲਮ ਜ਼ਰੂਰ ਹੈਗੀ ਹੈ। ਇਸ ਕਾਮਯਾਬ ਹੋ ਗਏ ਹਾਂ ਤੱਤੇ ਪੈਰ ਬਿੰਦੀ ਪਾਉਣ ਨਾਲ ਵੀ। ਖਤਾ ਇਹਦਾ ਪਾਠ ਹੋਏਗਾ ਖਤਾ। ਇਹ ਤੱਤਾ ਜਿਹੜਾ ਹੈ ਇਹ ਤੋਏ ਵਾਲਾ ਹੈ। ਅਰਬੀ ਭਾਸ਼ਾ ਵਿੱਚ, ਉਰਦੂ ਵਿੱਚ, ਫਾਰਸੀ ਤੱਤਾ ਵੀ ਹੁੰਦਾ ਅਤੇ ਤੱਤੇ ਪੈਰ ਬਿੰਦੀ ਵੀ ਹੁੰਦੀ ਹੈ। ਅਲਫ ਬੇ ਪੇ ਤੇ ਟੇ ਸੇ, ਤੇ ਜਿਹੜਾ ਤੱਤਾ ਹੁੰਦਾ, ਤੇ ਜਿਹੜਾ ਤੋਏ ਜ਼ੋਏ ਆ ਉਹਦੇ ਵਿੱਚ ਤੋਏ ਸ਼ਬਦ ਜਿਹੜਾ ਤੱਤੇ ਪੈਰ ਬਿੰਦੀ ਵਾਲਾ ਹੁੰਦਾ, ਐਸਪੀਡ ਸੌਣ ਵਾਲਾ ਹੁੰਦਾ, ਉੱਥੇ ਬੰਦਾ ਖਤਾ, ਦੋਸ਼ ਪਾਪ। ਅੱਗੇ ਜ਼ਵਾਲ, ਜ਼ਵਾਲ ਸ਼ਬਦ ਦਾ ਮਤਲਬ ਹੈ ਘਾਟਾ। ਅੱਗੇ ਸ਼ਬਦ ਹੈ ਵਤਨ। ਵਤਨ ਸ਼ਬਦ ਵਿੱਚ ਤੱਤੇ ਪੈਰ ਬਿੰਦੀ ਪੈਂਦੀ ਹੈ। ਵਤਨ ਇਹਦਾ ਮਤਲਬ ਹੈ ਦੇਸ਼। ਇਹ ਵੀ ਅਰਬੀ ਭਾਸ਼ਾ ਸ਼ਬਦ ਹੈ। ਖੈਰ ਕੱਕੇ ਪੈਰ ਬਿੰਦੀ ਹੈ। ਖੈਰ ਇਹਦਾ ਮਤਲਬ ਸੁੱਖ ਸ਼ਾਂਤੀ। ਕਾਇਮ, ਕਾਇਮ ਸ਼ਬਦ ਜਿਹੜਾ ਹੈ ਕੱਕੇ ਪੈਰ ਬਿੰਦੀ ਵਾਲਾ, ਕਾਇਮ ਦਾ ਮਤਲਬ ਹੈ ਸਥਿਰ, ਸਟੇਬਲ, ਕਾਇਮ ਦਾਇਮ। ਸੋ ਦਾਇਮ ਇਹ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ। ਦਾਇਮ, ਕਾਇਮ, ਦਾਇਮ। ਸੋ ਦਾਇਮ ਦਾ ਮਤਲਬ ਹੈ ਸਦਾ। ਕਾਇਮ, ਕਾਇਮ, ਦਾਇਮ, ਸਦਾ ਹੀ ਉੱਥੇ ਸਥਿਰਤਾ ਹੈ, ਸਟੈਬਿਲਿਟੀ ਹੈ। ਮਸ਼ਹੂਰ, ਮਸ਼ਹੂਰ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਮਤਲਬ ਪ੍ਰਸਿੱਧ ਹੈ। ਗਨੀ ਗੱਗੇ ਪੈਰ ਬਿੰਦੀ ਆਉਂਦੀ ਹੈ। ਗਨੀ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਮਤਲਬ ਹੈ ਧਨੀ, ਧਨਾੜ ਲੋਕ। ਨਾਮ ਵਿੱਚ ਜਿਹੜੇ ਧਨੀ ਹਨ ਉਹਨਾਂ ਨੂੰ ਇੱਥੇ ਗਨੀ ਕਿਹਾ ਹੈ। ਇੱਥੇ ਰੁਪਏ ਪੈਸੇ ਵੇਲੇ ਗੱਲ ਨਹੀਂ ਕਿ ਧਨੀ ਹੈ, ਇੱਥੇ ਜੋ ਸਿਮਰਨ ਦੇ ਧਨੀ ਆ, ਜਿਨ੍ਹਾਂ ਨੇ ਰੱਬ ਨਾਲ ਨੇੜਤਾ ਬਣਾਈ ਹੋਈ ਹੈ, ਉਹਨਾਂ ਨੂੰ ਕਿਹਾ ਗਿਆ। ਮਾਮੂਰ, ਮਾਮੂਰ ਵੀ ਅਰਬੀ ਭਾਸ਼ਾ ਸ਼ਬਦ ਹੈ, ਰੱਜੇ ਹੋਏ, ਤ੍ਰਿਪਤ, ਜਿਹਨਾਂ ਮਨ ਜਿਹੜਾ ਹੈ ਉਹ ਮੋਹ ਮਾਇਆ ਵੱਲੋਂ ਰੱਜ ਗਿਆ ਹੈ। ਸੈਰ, ਅੱਗੇ ਸੈਲ ਸ਼ਬਦ, ਜਿਉਂ ਜਿਉਂ ਸੈਲ ਕਰੇ। ਸੈਲ ਸ਼ਬਦ ਜਿਹੜਾ ਹੈ ਇਹ ਸੈਰ ਸ਼ਬਦ ਤੋਂ ਬਣਦਾ। ਸੈਰ ਸ਼ਬਦ ਅਰਬੀ ਭਾਸ਼ਾ ਦਾ ਹੁੰਦਾ ਹੈ ਅਤੇ ਉਹਦੇ ਵਿੱਚ ਰਾਰਾ ਜਿਹੜਾ ਉਹ ਲੱਲੇ 'ਚ ਬਦਲ ਕੇ ਬਣ ਗਿਆ ਸੈਲ। ਇਹਦਾ ਮਤਲਬ ਹੈ ਤੁਰਨਾ ਫਿਰਨਾ, ਸੈਰ ਕਰਨੀ। ਇੱਕ ਸ਼ਬਦ ਸ਼ੈਲ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਉਹਦਾ ਮਤਲਬ ਪਹਾੜ ਹੁੰਦਾ ਹੈ। ਸ਼ੈਲ ਪੱਥਰ ਮੈਂ ਜਨ ਤੋਂ ਪਾਏ, ਉੱਥੇ ਸ਼ੈਲ ਆਊਗਾ। ਜਿੱਥੇ ਸੈਰ ਕਰਨੀ ਉੱਥੇ ਸੈਲ ਆਏਗਾ, ਕਿਉਂਕਿ ਸੈਰ ਸ਼ਬਦ ਜਿਹੜਾ ਅਰਬੀ ਦਾ ਹੈ ਉੱਥੋਂ ਹੀ ਬਣਦਾ ਸੈਲ। ਇੱਥੇ ਸ਼ਾਹ ਸਾਊਂਡ ਨਹੀਂ ਹੈ। ਤਾਂ ਕੀ ਹੈ ਮਹਰਮ। ਅਗਲਾ ਸ਼ਬਦ ਹੈ ਮਹਰਮ। ਅਰਬੀ ਭਾਸ਼ਾ ਦਾ ਮਤਲਬ ਭੇਤੀ, ਜਿਸ ਨੂੰ ਪੂਰਾ ਭੇਤ ਹੈ। ਪੂਰਾ ਭੇਤ ਹੈ ਜਿੱਥੇ ਉਹ ਵਸਦਾ ਹੈ, ਜਿਸ ਸ਼ਹਿਰ 'ਚ ਵਸਦਾ ਹੈ ਉਸ ਦਾ ਪੂਰਾ ਉਸਨੂੰ ਭੇਤ ਹੈ, ਪੂਰਾ ਗਿਆਨ ਹੈ। ਅੱਗੇ ਸ਼ਬਦ ਆ ਗਿਆ ਮਹਲ। ਇਹ ਵੀ ਅਰਬੀ ਭਾਸ਼ਾ ਸ਼ਬਦ ਦਾ ਮਤਲਬ ਘਰ, ਟਿਕਾਣਾ, ਨਿਵਾਸ ਸਥਾਨ। ਖਲਾਸ, ਖਲਾਸ ਦਾ ਮਤਲਬ ਹੈ ਮੁਕਤ। ਅਰਬੀ ਭਾਸ਼ਾ ਸ਼ਬਦ ਹੈ ਖਲਾਸ, ਮੁਕਤ। ਕਿਹੜਾ ਮੁਕਤ? ਜਿਹੜਾ ਮਰ ਕੇ ਮੁਕਤ ਨਹੀਂ ਹੋਇਆ। ਇੱਥੇ ਖਲਾਸ ਦਾ ਮਤਲਬ ਹੈ ਜਿਹੜਾ ਜਿਉਂਦਿਆਂ ਹੀ ਮੋਹ ਮਾਇਆ ਦੇ ਹੱਲਿਆਂ ਤੋਂ ਮੁਕਤ ਹੋਇਆ, ਆਜ਼ਾਦ ਹੋਇਆ। ਜਿਹੜਾ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਕਮਲ ਦੇ ਫੁੱਲ ਵਾਂਗ, ਉਹਨੂੰ ਮੁਕਤ ਕਿਹਾ ਗਿਆ। ਤਾਂ ਅਸੀਂ ਜਿਹੜਾ ਸ਼ਬਦ ਸੀ ਉਹਦੇ ਵਿੱਚ ਜਿਹਦੀ ਵਿਚਾਰ ਕਰਨੀ ਹੈ, ਬੇਗਮਪੁਰਾ ਸ਼ਾਰ ਕੋ ਨਾਉ, ਉਹਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਫਾਰਸੀ ਅਤੇ ਅਰਬੀ ਦੇ, ਅਸੀਂ ਇੱਕ ਝਾਤ ਪਾਈ ਆ ਉਹਨਾਂ ਦੇ ਉੱਤੇ। ਅਰਬੀ ਅਤੇ ਫਾਰਸੀ ਦੇ ਸ਼ਬਦਾਂ 'ਤੇ 17 ਸ਼ਬਦ ਅਰਬੀ ਦੇ ਅਤੇ 10 ਸ਼ਬਦ ਇੱਥੇ ਫਾਰਸੀ ਦੇ ਹਨ। ਇਹਨਾਂ ਦਾ ਉਚਾਰਨ ਪਿਆਰਿਓ ਇਹਨਾਂ ਭਾਸ਼ਾਵਾਂ ਮੁਤਾਬਕ ਹੀ ਹੋਣਾ। ਜਿੱਥੇ ਕੋਈ ਪੈਰ ਬਿੰਦੀ ਵਾਲੀ ਧੁਨੀ ਆਉਂਦੀ ਹੈ ਅਰਬੀ ਫਾਰਸੀ ਵਿੱਚੋਂ, ਉਹ ਨਾਲ ਬੋਲਣੀ ਪੈਣੀ ਆ, ਕਿਉਂਕਿ ਗੁਰੂ ਸਾਹਿਬ ਬੋਲਦੇ ਸਨ, ਬਾਣੀਕਾਰ ਸਾਰੇ ਬੋਲਦੇ ਸਨ,
ਉਹ ਅਣਜਾਣ ਨਹੀਂ ਸਨ ਇਹਨਾਂ ਧੁਨੀਆਂ ਤੋਂ, ਮਾਹਰ ਸਨ ਅਰਬੀ ਫਾਰਸੀ ਦੇ। ਜੋ ਉਹਨਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਉਹ ਅਰਬੀ ਫਾਰਸੀ ਸ਼ਬਦ ਸਹੀ ਲਿਖੇ ਹਨ। ਪੜ੍ਹਨ ਵਾਲੇ ਗਲਤ ਪੜ੍ਹਦੇ ਹਨ ਜਦੋਂ ਉਹ ਉਹਨਾਂ ਨੂੰ ਭਾਸ਼ਾ ਮੁਤਾਬਕ ਨਹੀਂ ਪੜ੍ਹਦੇ। ਜਿਵੇਂ ਖਤਾ ਸ਼ਬਦ ਹੈ, ਇਹਨੂੰ ਕੋ ਖਤਾ ਪੜ੍ਹੀ ਜਾਂਦਾ ਹੈ। ਜਿੱਦਾਂ ਸ਼ਹਰੀ ਸ਼ਬਦ ਇਹਨੂੰ ਕੋ ਸਾਰੀ ਪੜ੍ਹੀ ਜਾਂਦਾ ਹੈ, ਉਹ ਗਲਤ ਪੜ੍ਹਦਾ ਹੈ। ਸਾਰੀ ਸ਼ਬਦ ਨਾ ਤਾਂ ਗੁਰੂ ਸਾਹਿਬ ਬੋਲਦੇ ਸਨ, ਨਾ ਬਾਣੀਕਾਰ ਬੋਲਦੇ ਸਨ, ਉਹ ਸ਼ਹਰੀ ਬੋਲਦੇ ਸਨ। ਉਹਨਾਂ ਨੂੰ ਅਰਬੀ ਫਾਰਸੀ ਆਉਂਦੀ ਸੀ। ਪ੍ਰੋਬਲਮ ਇਹ ਸੀ ਕਿ ਲਿਖਣ ਵੇਲਿਆਂ ਉਸ ਵੇਲੇ ਇਹ ਚਿੰਨ੍ਹ ਨਹੀਂ ਸਨ ਪੈਰ ਬਿੰਦੀਆਂ ਵਾਲੇ। ਇਹ ਧੁਨੀਆਂ ਲਿਖੀਆਂ ਗਈਆਂ ਉਸੇ ਅੱਖਰ ਨਾਲ, ਸੱਸੇ ਅੱਖਰ ਨਾਲ ਹੀ ਦੋ ਹੀ ਧੁਨੀਆਂ ਲਿਖੀਆਂ ਗਈਆਂ, ਸੱਸਾ ਅਤੇ ਸੱਸੇ ਪੈਰ ਬਿੰਦੀ। ਇਸ ਤਰ੍ਹਾਂ ਬਾਕੀ ਧੁਨੀਆਂ ਵੀ ਲਿਖੀਆਂ ਗਈਆਂ। ਇਹ ਕੁੱਲ 12 ਧੁਨੀਆਂ ਹਨ ਇੱਦਾਂ ਦੀਆਂ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਵਰਤੀਆਂ ਗਈਆਂ ਹਨ। ਅੱਧਕ ਦੀ ਧੁਨੀ ਵੀ ਹੈ। ਅੱਧਕ ਦੀ ਧੁਨੀ ਜਿਹੜੀ ਹੈ ਉਹ ਹੈ ਪਰ ਉਹਦਾ ਸਿੰਬਲ ਹੈ ਨਹੀਂ। ਇਸੇ ਤਰ੍ਹਾਂ ਹੀ ਇੱਥੇ ਪੈਰ ਬਿੰਦੀਆਂ ਵਾਲੀਆਂ ਜਿਹੜੀਆਂ ਧੁਨੀਆਂ ਹੈਗੀਆਂ ਇਹਨਾਂ ਦੇ ਸਿੰਬਲ ਹੈ ਨਹੀਂ। ਤੋ ਸਿੰਬਲ ਹੈ ਨਹੀਂ ਦੀ ਪ੍ਰੋਬਲਮ ਜਿਹੜੀ ਆ ਉਹ ਕਈਆਂ ਨੂੰ ਲੱਗਦਾ ਵੀ ਇਹ ਇੱਦਾਂ ਹੀ ਸੀ ਗੁਰੂ ਸਾਹਿਬ ਬੋਲਦੇ, ਇੱਦਾਂ ਹੀ ਬਾਣੀਕਾਰ ਬੋਲਦੇ ਸਨ। ਪਿਆਰੇ ਉਹ ਇੱਦਾਂ ਨਹੀਂ ਸੀ ਬੋਲਦੇ। ਜਿਹੜਾ ਪਾਤਸ਼ਾਹੀ ਸ਼ਬਦ ਸੀ ਉਹਨੂੰ ਪਾਤਸ਼ਾਹੀ ਪੜ੍ਹਦੇ ਸਨ। ਉਹ ਇੰਨੇ ਅਣਜਾਣ ਨਹੀਂ ਸਨ, ਉਹਨਾਂ ਨੂੰ ਅਰਬੀ ਫਾਰਸੀ ਚੰਗੀ ਤਰ੍ਹਾਂ ਆਉਂਦੀ ਸੀ। ਇਸੇ ਕਰਕੇ ਉਹਨਾਂ ਨੇ ਲਿਖੀ ਹੈ, ਪਾਤਸ਼ਾਹੀ ਬੋਲਦੇ ਸਨ। ਤੋ ਇਸ ਤਰ੍ਹਾਂ ਪਿਆਰਿਓ ਇਹ ਭਾਸ਼ਾਵਾਂ ਜਿਹੜੀਆਂ ਹਨ ਇਹਨਾਂ ਦਾ ਧਿਆਨ ਰੱਖਣਾ ਉਚਾਰਨ ਵਿੱਚ ਬੜਾ ਜ਼ਰੂਰੀ ਹੈ ਜੇ ਅਸੀਂ ਪਾਠ ਸ਼ੁੱਧ ਕਰਨ ਦਾ ਯਤਨ ਕਰਨਾ ਹੈ। ਤੇ ਹੁਣ ਆਪਾਂ ਆ ਗਏ ਹਾਂ ਜਿਹੜਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਮ, ਇੱਦਾਂ ਪੜ੍ਹਿਆ ਜਾਏਗਾ। ਇਸ ਨੂੰ ਆਪਾਂ ਲਗਭਗ ਅਰਬੀ ਫਾਰਸੀ ਸ਼ਬਦਾਂ ਦੇ ਵਿਚਾਰ ਕਰ ਲਈ ਹੈ, ਦੇਖ ਲਏ ਹਨ, ਅਰਥ ਵੀ ਨਾਲ ਦੇਖ ਲਏ ਹਨ। ਫਿਰ ਵੀ ਲੋੜ ਪੈਣ 'ਤੇ ਆਪਾਂ ਇੱਥੋਂ ਮਤਲਬ ਲਵਾਂਗੇ ਇਸ ਟੀਕੇ ਵਿੱਚੋਂ। ਬੇਗਮਪੁਰਾ ਸ਼ਹਿਰ ਕੋ ਨਾਮ, ਪੁਰਾ ਸ਼ਬਦ ਸੰਸਕ੍ਰਿਤ ਦਾ ਹੈ, ਪੁਰ ਤੋਂ ਬਣਿਆ ਪੂਰਾ ਨਗਰ। ਸੋ ਇੱਥੇ ਇੱਕ ਸ਼ਹਿਰ ਦੀ ਗੱਲ ਕੀਤੀ ਹੈ, ਇੱਕ ਨਗਰ ਦੀ ਗੱਲ ਕੀਤੀ ਹੈ। ਸ਼ਬਦ ਹੈ ਸ਼ਹਿਰ। ਇਹ ਤਿੰਨੇ ਅੱਖਰ ਮੁਕਤੇ ਹਨ, ਇਹਨਾਂ ਨੂੰ ਮੁਕਤਾ ਹੀ ਬੋਲਿਆ ਜਾਣਾ। ਥੋੜ੍ਹਾ ਫੌਂਟ ਵੱਡਾ ਕਰ ਲੈਂਦੇ ਹਾਂ। ਇਹ ਮੁਕਤੇ ਬੋਲੇ ਜਾਣੇ ਆ। ਇਹਨੂੰ ਸੱਸੇ ਨੂੰ ਤੁਲਾਵਾਂ ਨਹੀਂ ਬੋਲੀਆਂ ਜਾਣੀਆਂ, ਜਾਂ ਹਾਹੇ ਨੂੰ ਕੋਈ ਸਿਹਾਰੀ ਨਹੀਂ ਬੋਲੀ ਜਾਣੀ। ਇਹ ਸ਼ਬਦ ਜਿਹੜਾ ਜਿਵੇਂ ਲਿਖਿਆ ਹੈ ਬੋਲਣਾ ਇਹ ਇਸ ਤਰ੍ਹਾਂ ਹੀ ਆ। ਸ਼ਹਿਰ ਜਿੱਦਾਂ ਸੱਸਾ ਹਾ ਸੱਸਾ, ਉਹ ਸ਼ਬਦ ਬਣਦਾ ਸਹਸ, ਇੱਦਾਂ ਇਹ ਬਣਦਾ ਸ਼ਹਿਰ। ਸੋ ਇੱਥੇ ਗੱਲ ਚੱਲ ਰਹੀ ਹੈ ਬੇਗਮਪੁਰਾ ਸ਼ਹਿਰ ਕੋ ਨਾਉ। ਇੱਕ ਪੁਰਾ ਹੈ, ਇੱਕ ਨਗਰ ਹੈ, ਇੱਕ ਸ਼ਹਿਰ ਹੈ, ਉਹਦਾ ਨਾਂ ਕੀ ਆ? ਬੇਗਮਪੁਰਾ। ਇਹ ਕੋਈ ਇੱਟਾਂ ਵੱਟਿਆਂ ਦਾ ਕੋਠਾ ਨਹੀਂ, ਇਹ ਕੋਈ ਸੀਮੈਂਟ ਦਾ ਪੱਥਰ ਦਾ ਬਣਾਇਆ ਹੋਇਆ ਕੋਠਾ ਨਹੀਂ, ਇਹ ਇੱਟਾਂ ਗਾਰਿਆਂ ਦਾ ਬਣਾਇਆ ਹੋਇਆ ਕੋਈ ਕੋਠਾ ਨਹੀਂ। ਇਹ ਉਹ ਅਵਸਥਾ ਹੈ ਜਿੱਥੇ ਜਪਜੀ ਦੀਆਂ 5 ਪੌੜੀਆਂ ਵਿੱਚ ਸੱਚਖੰਡ ਦਾ ਜ਼ਿਕਰ ਕੀਤਾ ਹੋਇਆ। ਇਹ ਸੱਚਖੰਡ ਵਾਲੀ ਅਵਸਥਾ ਹੈ ਜਿੱਥੇ ਮਨ ਇਸ ਅਵਸਥਾ ਵਿੱਚ ਆ ਕੇ ਪੂਰਾ ਟਿਕ ਜਾਵੇ, ਨੱਠਣਾ ਭੱਜਣਾ ਇਹਦਾ ਬੰਦ ਹੋ ਜਾਏ ਅਤੇ ਇਹ ਆਪਣਾ ਟਿਕਾਣਾ ਆਪਣੇ ਅੰਦਰ ਹੀ ਬਣਾ ਲਵੇ, ਉਸ ਨੂੰ ਸ਼ਹਿਰ ਮੰਨ ਲਵੇ ਕਿ ਮੇਰੇ ਮਨ ਵਿੱਚ ਇੱਕ ਸ਼ਹਿਰ ਵਸਿਆ ਹੋਇਆ। ਇੱਥੇ ਉਸ ਸ਼ਹਿਰ ਦੀ ਗੱਲ ਹੈ ਜਿੱਥੇ ਉਸ ਸੱਚੇ ਦਾ ਵਾਸਾ ਹੋ ਜਾਂਦਾ। ਤਾਂ ਹੀ ਕਿਹਾ ਸੱਚਖੰਡ, ਸੱਚ ਦੀ ਅਵਸਥਾ ਵਿੱਚ ਜਿੱਥੇ ਜੀਵ ਪ੍ਰਾਣੀ ਸੱਚ ਨਾਲ ਜੁੜ ਜਾਂਦਾ ਹੈ। ਮਨ ਵਿੱਚ ਜਿੱਥੇ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਇੱਥੇ ਸੱਚ ਹੈ, ਇੱਥੇ ਹੀ ਉਹਦਾ ਘਰ ਹੈ, ਇੱਥੇ ਉਹ ਸ਼ਹਿਰ ਬਣ ਜਾਂਦਾ ਹੈ। ਤਾਂ ਇੱਥੇ ਜੋ ਮਾਨਸਿਕ ਸ਼ਹਿਰ ਹੈ ਇਹਦੀ ਗੱਲ ਚੱਲ ਰਹੀ ਹੈ। ਇੱਥੇ ਕੋਈ ਹੋਰ ਕੋਈ ਸਿਟੀ ਦੀ ਗੱਲ ਨਹੀਂ ਚੱਲ ਰਹੀ, ਇੱਟਾਂ ਵੱਟਿਆਂ ਕੋਠੇ ਦੀ ਗੱਲ ਨਹੀਂ ਚੱਲ ਰਹੀ। ਇਹ ਕਹਿੰਦੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ ਹੈ।
ਗਮ ਤੋਂ ਬਿਨਾਂ ਹੈ। ਇੱਥੇ ਕੋਈ ਗਮ, ਚਿੰਤਾ, ਝੋਰਾ, ਫਿਕਰ ਕੋਈ ਇੱਦਾਂ ਦੀ ਗੱਲ ਨਹੀਂ ਹੈ। ਕਿਹਦੇ ਤੋਂ ਚਿੰਤਾ, ਝੋਰਾ, ਗਮ? ਜੋ ਸੰਸਾਰ ਦੇ ਵਿੱਚ ਮੋਹ ਮਾਇਆ ਚੱਲ ਰਹੀ ਹੈ, ਜੋ ਇੱਥੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਜੋ ਰੱਬ ਦੀਆਂ ਪੱਕੀਆਂ ਖਜੂਰਾਂ ਹਨ, ਬਹੁਤ ਕੁਛ ਜ਼ਿਕਰ ਹੈ ਗੁਰਬਾਣੀ ਵਿੱਚ। ਅਤੇ ਉਹਨਾਂ ਤੋਂ ਬਚ ਕੇ ਜਦੋਂ ਮਨ ਜਿਹੜਾ ਆਪਣੇ ਅੰਦਰ ਟਿਕ ਜਾਂਦਾ ਹੈ, ਅਤੇ ਉਹ ਸ਼ਹਿਰ ਜਿਹੜਾ ਉਹ ਬਣ ਜਾਂਦਾ ਬੇਗਮਪੁਰਾ। ਕੋਈ ਚਿੰਤਾ, ਝੋਰਾ ਨਹੀਂ ਹੁੰਦਾ। ਦੁੱਖ ਅੰਦੋ ਨਹੀਂ ਤੇ ਠਾਉ, ਨਾ ਉਸ ਅਵਸਥਾ ਵਿੱਚ ਕੋਈ ਮੋਹ ਮਾਇਆ ਦਾ ਦੁੱਖ ਹੁੰਦਾ ਹੈ, ਅਤੇ ਨਾ ਹੀ ਕੋਈ ਚਿੰਤਾ ਹੁੰਦੀ ਹੈ, ਕਿਉਂਕਿ ਕੋਈ ਉੱਥੇ ਐਸਾ ਕਰਮ ਨਹੀਂ ਕੀਤਾ ਹੁੰਦਾ ਬੰਦੇ ਨੇ ਜਿਸ ਨੂੰ ਉਸਦੀ ਚਿੰਤਾ ਹੋਵੇ। ਬਿਲਕੁਲ ਕਲੀਨ ਮਾਈਂਡ ਹੁੰਦਾ ਹੈ, ਅਤੇ ਉਹ ਸ਼ਹਿਰ ਬਣ ਜਾਂਦਾ ਹੈ ਗਮ ਰਹਿਤ, ਚਿੰਤਾ ਰਹਿਤ। ਫਿਰ ਉਸ ਅਵਸਥਾ ਵਿੱਚ ਜਦੋਂ ਪ੍ਰਾਣੀ ਪਹੁੰਚਦਾ ਹੈ, ਦੁੱਖ ਦੋ ਨਹੀਂ ਤੇ ਠਾਉ, ਨਾ ਤਸ਼ਵੀਸ਼, ਖਿਰਾਜ ਨਾ ਮਾਲ। ਤਸ਼ਵੀਸ਼ ਦਾ ਮਤਲਬ ਸੀ ਘਬਰਾਹਟ, ਖਿਰਾਜ ਦਾ ਮਤਲਬ ਸੀ ਟੈਕਸ। ਉੱਥੇ ਫਿਰ ਕੋਈ ਸੋਚ ਘਬਰਾਹਟ ਨਹੀਂ, ਅਤੇ ਨਾ ਕੋਈ ਕਿਸੇ ਨੂੰ ਕੋਈ ਟੈਕਸ ਦੇਣਾ, ਟੈਕਸ ਭਰਨਾ ਕਿਸੇ ਦਾ ਕੋਈ ਵੀ, ਇੱਦਾਂ ਦੀ ਉੱਥੇ ਕੋਈ ਚਿੰਤਾ ਨਹੀਂ ਹੈ। ਨਾ ਤਸ਼ਵੀਸ਼, ਖਿਰਾਜ ਨਾ ਮਾਲ। ਉੱਥੇ ਕੋਈ ਮਾਲ, ਕੋਈ ਵਪਾਰ ਨਹੀਂ ਹੋ ਰਿਹਾ ਜਿਹਦਾ ਕੋਈ ਟੈਕਸ ਭਰਨਾ ਆ, ਅਤੇ ਨਾ ਉੱਥੇ ਕੋਈ ਇੱਦਾਂ ਦੀ ਘਬਰਾਹਟ ਟੈਕਸ ਭਰਨ ਵਾਲੀ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਖੌਫ ਦਾ ਮਤਲਬ ਹੁੰਦਾ ਡਰ, ਖਤਾ ਦਾ ਮਤਲਬ ਹੁੰਦਾ ਪਾਪ ਜਾਂ ਦੋਸ਼, ਕਿਉਂਕਿ ਮਨ ਨਿਰਮਲ ਹੁੰਦਾ ਹੈ, ਕੋਈ ਪਾਪ ਕਰਮ ਨਹੀਂ ਹੁੰਦਾ, ਕੋਈ ਦੋਸ਼ ਨਹੀਂ ਹੁੰਦਾ ਉੱਥੇ, ਅਤੇ ਕੋਈ ਡਰ ਨਹੀਂ ਹੁੰਦਾ, ਪਾਪ ਦਾ ਡਰ ਹੁੰਦਾ, ਅਪਰਾਧ ਦਾ ਡਰ ਹੁੰਦਾ, ਇੱਦਾਂ ਦੀ ਗੱਲ ਹੀ ਕੋਈ ਨਹੀਂ। ਇਸ ਕਰਕੇ ਉੱਥੇ ਕੋਈ ਡਰ ਨਹੀਂ ਹੈ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਜ਼ਵਾਲ ਦਾ ਮਤਲਬ ਹੈ ਘਾਟਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਤਾਂ ਉੱਥੇ ਕੋਈ ਘਾਟਾ ਨਹੀਂ ਹੈ, ਕੋਈ ਡਰ ਨਹੀਂ ਹੈ। ਨਾ ਤਰਸ ਜ਼ਵਾਲ, ਕਿਸੇ ਤਰ੍ਹਾਂ ਦਾ ਉੱਥੇ ਕੋਈ ਘਾਟਾ ਨਹੀਂ ਹੈ, ਕੋਈ ਖਤਰਾ ਨਹੀਂ ਹੈ, ਜਾਇਦਾਦ ਨਹੀਂ ਹੈ ਉੱਥੇ, ਕਿ ਮਾਲ ਨਹੀਂ ਹੈ ਜਿਹਨੂੰ ਮਸੂਲ ਲੱਗਣਾ ਹੋਵੇ, ਤਾਂ ਕਿਸੇ ਪਾਪ ਕਰਮ ਦਾ ਖਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ। ਗਿਰਾਵਟ ਦਾ ਮਤਲਬ ਘਾਟਾ, ਕੋਈ ਉਸੇ ਘਾਟਾ ਨਹੀਂ ਹੈ। ਨਾਮ ਦੀ ਉੱਥੇ ਚੜ੍ਹਦੀ ਕਲਾ ਹੈ, ਢਹਿੰਦੀ ਕਲਾ ਨਹੀਂ ਹੈ, ਘਾਟਾ ਨਹੀਂ ਹੈ। ਅਬ ਮੋਹੇ ਖੂਬ ਵਤਨ ਗਾਹ ਪਾਈ। ਵਤਨ ਅਤੇ ਗਾਹ ਆਪਾਂ ਦੇਖ ਚੁੱਕੇ ਹਾਂ, ਅਰਬੀ ਫਾਰਸੀ ਸ਼ਬਦ ਹਨ। ਵਤਨ ਦਾ ਮਤਲਬ ਹੈ ਨਗਰ, ਰਹਿਣ ਦੀ ਥਾਂ। ਗਾਹ ਦਾ ਮਤਲਬ ਹੈ ਥਾਂ। ਸੋ ਵਤਨ ਲੱਭ ਲਿਆ ਜਿੱਥੇ ਥਾਂ ਮਿਲ ਗਈ ਹੈ, ਖੂਬ ਬਹੁਤ ਵਧੀਆ ਚੰਗੀ ਥਾਂ ਮਿਲ ਗਈ ਹੈ। ਅਬ ਖੂਬ ਵਤਨ ਗਾਹ ਪਾਈ, ਰਹਿਣ ਦਾ ਟਿਕਾਣਾ ਜਿਹੜਾ ਹੈ ਉਹ ਲੱਭ ਲਿਆ ਹੈ। ਮਨ ਅੰਦਰ ਹੀ ਮਨ ਦੇ ਰਹਿਣ ਦਾ ਟਿਕਾਣਾ ਲੱਭ ਲਿਆ ਹੈ। ਉਹਾਂ ਖੈਰ ਸਦਾ ਮੇਰੇ ਭਾਈ, ਉੱਥੇ ਸਦਾ ਹੀ ਖੈਰੀਅਤ ਹੁੰਦੀ ਹੈ, ਖੈਰੀਅਤ ਹੁੰਦੀ ਹੈ। ਖੈਰ ਦਾ ਮਤਲਬ ਉੱਥੇ ਕੋਈ ਚਿੰਤਾ ਆਦਿਕ ਨਹੀਂ ਹੁੰਦੀ, ਉੱਥੇ ਸਦਾ ਹੀ ਸੁੱਖ ਅਤੇ ਸ਼ਾਂਤੀ ਰਹਿੰਦੀ ਹੈ। ਖੈਰ, ਸੁੱਖ ਸ਼ਾਂਤੀ ਰਹਿੰਦੀ ਹੈ। ਰਹਾਉ, ਊੜਾ ਨੂੰ ਔਂਕੜ ਹੈ ਰਹਾਉ। ਯੂ ਵੱਲ ਨੂੰ ਜਾਣਾ ਹੈ, ਹੂੜੇ ਵੱਲ ਨਹੀਂ ਜਾਣਾ। ਰਹਾਉ, ਇਹਦੇ ਵੱਲ ਨੂੰ ਨਹੀਂ ਜਾਣਾ ਆਪਾਂ, ਔਂਕੜ ਵੱਲ ਨੂੰ ਜਾਣਾ। ਰਹਾਉ, ਲਾਈਕ ਦੈਟ। ਔਂਕੜ ਦੀ ਇੱਕ ਮਾਤਰਾ ਅਤੇ ਹੂੜੇ ਦੀਆਂ ਦੋ ਮਾਤਰਾਵਾਂ ਗਿਣੀਆਂ ਜਾਂਦੀਆਂ। ਕਾਇਮ ਦਾਇਮ ਸਦਾ ਪਾਤਸ਼ਾਹੀ, ਉੱਥੇ ਜਿਹੜੀ ਬਾਦਸ਼ਾਹੀ ਹੈ, ਮਨ ਦੀ ਬਾਦਸ਼ਾਹੀ ਹਰ ਵੇਲੇ ਕਾਇਮ ਰਹਿੰਦੀ ਹੈ। ਦਾਇਮ ਦਾ ਮਤਲਬ ਹੈ ਸਦਾ ਹੀ, ਦਾਇਮ ਸਥਿਰ, ਕਾਇਮ ਸਥਿਰ, ਦਾਇਮ ਸਦਾ। ਤੋ ਸਦਾ ਸਦਾ ਹੀ ਉੱਥੇ ਜੋ ਮਨ ਦੀ ਬਾਦਸ਼ਾਹੀ ਹੈ ਇਹ ਬਣੀ ਰਹਿੰਦੀ ਹੈ।
ਮਨ ਨੂੰ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਉਂਦੀ, ਬਾਦਸ਼ਾਹ ਬਣਿਆ ਰਹਿੰਦਾ। ਦੋਮ ਨਾ ਸੇਮ ਏਕ ਸੋ ਆਹੀ, ਨਾ ਉੱਥੇ ਦੂਜਾ ਤੇ ਨਾ ਉੱਥੇ ਤੀਜਾ, ਕੇਵਲ ਇੱਕ ਨਾਲ ਹੀ ਵਾਸਤਾ ਹੁੰਦਾ, ਇੱਕ ਨਾਲ ਹੀ ਉੱਥੇ ਸਾਥ ਹੁੰਦਾ ਹੈ। ਉਹ ਇੱਕ ਹੈ ਰੱਬ, ਈਸ਼ਵਰ, ਅੱਲਾ, ਅਕਾਲ ਪੁਰਖ, ਕਰਤਾ ਪੁਰਖ, ਉਹਦੇ ਨਾਲ ਹੀ ਉੱਥੇ ਮੇਲ ਹੁੰਦਾ ਹੈ, ਕੋਈ ਦੂਜਾ ਤੀਜਾ ਹੋਰ ਨਹੀਂ ਹੁੰਦਾ। ਆਬਾਦਾਨ ਸਦਾ ਮਸ਼ਹੂਰ, ਆਬਾਦਾਨ ਮੈਨੇ ਉਹ ਮਨ ਦੀ ਅਵਸਥਾ ਜਿਹੜੀ ਉੱਥੇ ਉਜਾੜਾ ਨਹੀਂ ਕੋਈ, ਕਿਉਂਕਿ ਚਿੰਤਾ ਨਹੀਂ, ਫਿਕਰ ਨਹੀਂ, ਕੋਈ ਝੋਰਾ ਨਹੀਂ, ਕੋਈ ਘਬਰਾਹਟ ਨਹੀਂ। ਉਜਾੜਾ ਕਾਹਦਾ ਹੋਣਾ ਉੱਥੇ? ਉਜਾੜਾ ਹੁੰਦਾ ਜਦੋਂ ਇਹ ਚੀਜ਼ਾਂ ਮਨ 'ਚ ਵਸਣ ਤਾਂ ਮਨ ਜਿਹੜਾ ਹੈ ਉਹ ਉਦਾਸ ਰਹਿੰਦਾ ਹੈ, ਜਿਵੇਂ ਉਜਾੜ ਵਿੱਚ ਰਹਿੰਦਾ ਹੋਵੇ, ਉੱਥੇ ਉਜਾੜਾ ਪੈਂਦਾ। ਉਹ ਕਹਿੰਦੇ ਐਸੀ ਅਵਸਥਾ ਜਿਹੜੀ ਹੈ ਸਦਾ ਆਬਾਦ ਰਹਿੰਦੀ ਹੈ। ਆਬਾਦਾਨ ਸਦਾ ਇਹ ਆਬਾਦ ਹੈ ਅਵਸਥਾ, ਇਹ ਸਦਾ ਮਸ਼ਹੂਰ ਅਤੇ ਪ੍ਰਸਿੱਧ ਅਵਸਥਾ ਬਣ ਜਾਂਦੀ ਹੈ। ਇਹ ਇੱਥੇ ਉਜਾੜਾ ਨਹੀਂ ਕਿਸੇ ਚੀਜ਼ ਦਾ, ਇੱਥੇ ਵਸੇਵਾ ਹੈ। ਇਹ ਆਬਾਦ ਹੋਇਆ ਸ਼ਹਿਰ ਹੈ, ਉਜੜਿਆ ਸ਼ਹਿਰ ਨਹੀਂ ਹੈ। ਉਹਾਂ ਗਨੀ ਬਸੇ ਮਾਮੂਰ, ਗਨੀ ਅੱਗੇ ਫਿਰ ਬਿੰਦੀ ਸ ਦੇਖ ਕੇ ਆਏ ਹਾਂ। ਗਨੀ ਦਾ ਮਤਲਬ ਹੁੰਦਾ ਧਨਾੜ, ਇਸ ਅਵਸਥਾ ਵਿੱਚ ਧਨਾੜ ਰਹਿੰਦੇ ਹਨ। ਗਨੀ ਬਸੇ ਮਾਮੂਰ, ਮਾਮੂਰ ਦਾ ਮਤਲਬ ਰੱਜੇ ਹੋਏ ਜਿਹੜੇ ਹਨ, ਤ੍ਰਿਪਤ ਹੋ ਚੁੱਕੇ ਹਨ, ਮੋਹ ਮਾਇਆ ਦੇ ਹੱਲਿਆਂ ਤੋਂ ਜਿਹੜੇ ਬਚ ਗਏ ਹਨ, ਤ੍ਰਿਪਤ ਹੋ ਗਏ ਹਨ, ਨਾਮ ਰਸ ਵਿੱਚ ਤ੍ਰਿਪਤ ਹੋ ਗਏ ਹਨ, ਕਹਿ ਲਓ ਰੱਬ ਨਾਲ ਜੁੜ ਗਏ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ, ਗੁਰੂ ਵੱਲੋਂ ਬਾਣੀ ਆਈ ਹੈ, ਇਹਦੇ ਨਾਲ ਮਨ ਜਿਹੜਾ ਉਹਨਾਂ ਨੇ ਪੂਰਨ ਤੌਰ 'ਤੇ ਆਪਣੇ ਅਧੀਨ ਕਰ ਲਿਆ ਹੈ। ਉਹ ਧਨੀ ਲੋਕ, ਇੱਥੇ ਰੁਪਏ ਪੈਸੇ ਵਾਲੀ ਗੱਲ ਨਹੀਂ, ਇੱਥੇ ਨਾਮ ਦੇ ਧਨੀ ਜਿਹੜੇ ਹਨ, ਜਿਨ੍ਹਾਂ ਨੇ ਆਪਣਾ ਮਨ ਜਿਹੜਾ ਹੈ ਉਹ ਧਨਾੜ ਕਰ ਲਿਆ ਹੈ, ਅਮੀਰ ਕਰ ਲਿਆ ਹੈ, ਜਪ ਜਪ ਕੇ ਪਰਮੇਸ਼ਰ ਦਾ ਨਾਂ ਜੁੜ ਕੇ ਪਰਮੇਸ਼ਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖਿਆ ਜਿਹੜੀ ਹੈ ਉਹਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਜਿਹੜੇ ਧਨੀ ਬਣ ਗਏ ਹਨ ਉਹ ਉੱਥੇ ਵਸਦੇ ਹਨ। ਉਹਾਂ ਗਨੀ ਬਸੈ ਮਾਮੂਰ, ਕਿਉਂਕਿ ਇਹ ਗਨੀ ਲੋਕ ਹੈ, ਇਹ ਧਨਾੜ ਲੋਕ ਹੈ, ਇਸ ਕਰਕੇ ਰੱਜੇ ਹੋਏ ਆ। ਇਹਨਾਂ ਨੂੰ ਮੋਹ ਮਾਇਆ ਦੀ ਭੁੱਖ ਜਿਹੜੀ ਆ ਉਹ ਖਤਮ ਹੋ ਗਈ ਹੈ। ਮੋਹ ਮਾਇਆ ਦੀ ਕੋਈ ਭੁੱਖ ਨਹੀਂ ਰਹਿ ਗਈ ਇਹਨਾਂ ਨੂੰ, ਇਹ ਧਨਾੜ ਬਣ ਗਿਆ। ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ, ਤਿਉਂ ਤਿਉਂ ਜਿਵੇਂ ਜਿਵੇਂ ਮਨ ਦੀ ਮੌਜ ਹੁੰਦੀ ਹੈ, ਤਿਉਂ ਤਿਉਂ ਇਹ ਫਿਰ ਚੱਲਦੇ ਹਨ। ਜਿਉਂ ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ, ਕਿਉਂਕਿ ਇੱਥੇ ਕੋਈ ਰੋਕਣ ਵਾਲਾ ਨਹੀਂ ਹੈ, ਟੋਕਣ ਵਾਲਾ ਨਹੀਂ ਹੈ। ਰੋਕਣ ਟੋਕਣ ਦਾ ਮਤਲਬ ਹੈ ਇੱਥੇ ਕੋਈ ਮੋਹ ਮਾਇਆ ਦੇ ਜਿਹੜੇ ਆ ਉਹ ਠੇਡੇ ਨਹੀਂ। ਮੋਹ ਮਾਇਆ ਇਹਨੂੰ ਇੱਥੇ ਰੋਕਣ ਵਾਲੇ ਕੋਈ ਨਹੀਂ। ਜੇ ਮੋਹ ਮਾਇਆ ਰੋਕਣ ਵਾਲੇ ਕੋਈ ਨਹੀਂ ਤਾਂ ਫਿਰ ਇਹ ਆਰਾਮ ਨਾਲ ਤੁਰਦੇ ਫਿਰਦੇ ਆ, ਆਰਾਮ ਨਾਲ ਚੱਲਦੇ ਫਿਰਦੇ ਆ, ਘਰ ਹੈ ਬਾਹਰ ਹੈ। ਉਹਾਂ ਗਨੀ ਵਸੇ ਮਾਮੂਰ, ਅਤੇ ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ। ਇਸ ਕਰਕੇ ਇਹ ਮਨ ਦੀ ਮੌਜ ਵਿੱਚ ਹਰ ਥਾਂ ਵਿਚਰਦੇ ਹਨ। ਮਹਰਮ ਮਹਲ ਨਾ ਕੋ ਅਟਕਾਵੈ, ਮਹਰਮ ਇਹ ਫਿਰ ਭੇਤੀ ਬਣ ਜਾਂਦੇ ਹਨ, ਰੱਬ ਦੇ ਭੇਤੀ ਬਣ ਜਾਂਦੇ ਹਨ। ਇਹ ਫਿਰ ਉਸ ਅਵਸਥਾ ਵਿੱਚ ਰਹਿੰਦੇ ਹੋਏ, ਬਾਣੀ ਦਾ ਜਾਪ ਕਰਦੇ ਹੋਏ ਉਸ ਅਵਸਥਾ ਵਿੱਚ ਚਲੇ ਜਾਂਦੇ ਹਨ ਜਿੱਥੇ ਇਹਨਾਂ ਨੂੰ ਹਰ ਇੱਕ ਚੀਜ਼ ਦਾ ਭੇਤ ਪਤਾ ਲੱਗ ਜਾਂਦਾ ਹੈ ਕਿ ਮੋਹ ਮਾਇਆ ਬੰਦੇ ਨੂੰ ਕਿਵੇਂ ਤੋੜਦੀ ਹੈ ਰੱਬ ਨਾਲੋਂ, ਸੰਸਾਰ ਦੇ ਪਦਾਰਥ ਰੱਬ ਨਾਲ ਕਿਵੇਂ ਤੋੜਦੇ ਹਨ। ਇਹ ਸਾਰਾ ਕੁਛ ਇਹਨਾਂ ਨੂੰ ਸਮਝ ਲੱਗ ਜਾਂਦੀ ਹੈ, ਭੇਤੀ ਬਣ ਜਾਂਦੇ ਹਨ। ਅਤੇ ਮਹਰਮ ਮਹਲ, ਇਹ ਜਿਹੜਾ ਮਹਲ ਫਿਰ ਟਿਕਾਣਾ ਬਣ ਜਾਂਦਾ, ਅੰਦਰ ਜਿਹੜਾ ਹੈ ਮਨ ਅੰਦਰ ਹੀ ਟਿਕ ਜਾਂਦਾ, ਇਸ ਟਿਕਾਣੇ ਦੇ ਉਹ ਭੇਤੀ ਬਣ ਜਾਂਦੇ ਹਨ ਅਤੇ ਮੋਹ ਮਾਇਆ ਵੱਲੋਂ ਰੱਜ ਜਾਂਦੇ ਨੇ, ਕਿਉਂਕਿ ਇਹਨਾਂ ਨੂੰ ਭੇਦ ਹੋ ਜਾਂਦਾ ਹੈ। ਮਹਰਮ ਮਹਲ ਨਾ ਕੋ ਅਟਕਾਵੈ, ਸੋ ਭੇਤੀ ਬਣ ਜਾਂਦੇ ਹਨ ਅਤੇ ਇਹਨਾਂ ਨੂੰ ਫਿਰ ਉੱਥੇ ਕੋਈ, ਇਹਨਾਂ ਦੇ ਰਾਹ ਵਿੱਚ ਕੋਈ ਰੋੜਾ ਨਹੀਂ ਬਣਦਾ। ਕੌਣ ਨਹੀਂ ਰੋੜਾ ਬਣਦਾ? ਇੱਥੇ ਬੰਦਿਆਂ ਦੀ ਗੱਲ ਨਹੀਂ, ਇੱਥੇ ਗੱਲ ਹੈ ਸੰਸਾਰ ਦੀਆਂ ਰੁਕਾਵਟਾਂ, ਮੋਹ ਮਾਇਆ ਦੀਆਂ ਲਹਿਰਾਂ। ਇਹਨਾਂ ਵਿੱਚੋਂ ਉਹਨਾਂ ਦੇ ਰਾਹ ਵਿੱਚ ਕੋਈ ਫਿਰ ਰੋੜਾ ਨਹੀਂ ਬਣਦਾ। ਇਹ ਕਮਲ ਦੇ ਫੁੱਲ ਵਾਂਗ ਫਿਰ ਨਿਰਲੇਪ ਹੋ ਜਾਂਦੇ ਹਨ। ਮਹਰਮ ਮਹਲ ਨਾ ਕੋ ਅਟਕਾਵੈ, ਸੋ ਭੇਤੀ ਬਣ ਜਾਂਦੇ ਹਨ। ਇਹਨਾਂ ਨੂੰ ਕੋਈ ਫਿਰ ਉੱਥੋਂ
ਰੁਕਾਵਟ ਨਹੀਂ ਪੈਂਦੀ। ਕਾਹੇ ਰਵਿਦਾਸ ਖਲਾਸ ਚਮਾਰਾ, ਖਲਾਸ ਕੱਕੇ ਵਾਰ ਬਿੰਦੀ ਬੋਲਣੀ ਹੈ। ਸੋ ਰਵਿਦਾਸ ਆਖਦਾ ਹੈ, ਕਹੀ ਮਨੇ ਆਖਦਾ ਹੈ, ਖਲਾਸ ਚਮਾਰਾ, ਖਲਾਸ ਨੇ ਮੁਕਤ ਹੋਇਆ ਹੋਇਆ, ਚਮਾਰਾ ਮੈਨੇ ਚਮਾਰ, ਜਿਸ ਨੂੰ ਲੋਕ ਚਮਾਰ ਕਹਿੰਦੇ ਸਨ, ਜਿਸ ਨੂੰ ਵੱਡੀਆਂ ਜਾਤਾਂ ਵਾਲੇ ਲੋਕ ਨਫ਼ਰਤ ਵਜੋਂ ਚਮਾਰ ਚਮਾਰ ਕਹਿੰਦੇ ਸਨ। ਚਮਾਰ ਸ਼ਬਦ ਜਿਹੜਾ ਹੈ ਇਹ ਚਰਮਕਾਰ ਤੋਂ ਬਣਦਾ। ਚਰਮਕਾਰ, ਚਰਮ ਹੁੰਦਾ ਚੰਮ, ਕਾਰ ਹੁੰਦਾ ਆ ਕੰਮ, ਜਿਹਦਾ ਕੰਮ ਜਿਹੜਾ ਆ ਉਹ ਚੰਮ ਦਾ ਹੋਵੇ, ਚੰਮ ਦਾ ਕੰਮ ਕਰਨ ਵਾਲਾ, ਉੱਥੋਂ ਨਾਮ ਹੌਲੀ ਹੌਲੀ ਜਿਹੜਾ ਚਰਮਕਾਰ ਸੀ, ਚਰਮਕਾਰ ਤੋਂ ਹੌਲੀ ਹੌਲੀ ਚਮਾਰ ਬਣ ਗਿਆ। ਅਤੇ ਇਹ ਇੱਕ ਕਿੱਤਾ ਸੀ, ਇਹ ਕਿੱਤਾ ਸੀ। ਅੱਜ ਕੱਲ੍ਹ ਵੀ ਲੋਕ ਬੜੇ ਬ੍ਰਾਹਮਣ ਸੱਜਣ ਹਨ, ਹੋਰ ਵੀ ਕਈ ਜਾਤਾਂ ਦੇ ਹਨ, ਚਮੜੇ ਦਾ ਵਪਾਰ ਕਰ ਰਹੇ ਆ। ਇਹ ਕਿੱਤਾ ਆ ਇੱਕ, ਅਤੇ ਉਸ ਵੇਲੇ ਇਹ ਕਿੱਤਾ ਸੀ। ਹੌਲੀ ਹੌਲੀ ਇਹ ਫਿਰ ਕਿਉਂਕਿ ਰਵਿਦਾਸ ਜੀ ਨਾਲ ਜੁੜ ਗਿਆ, ਅਤੇ ਇਹ ਇੱਕ ਅਗਾਂਹ ਫਿਰ ਹੌਲੀ ਹੌਲੀ ਇਸ ਨੂੰ ਜ਼ਾਤ ਬਣਾ ਦਿੱਤਾ ਗਿਆ। ਕਾਹੇ ਰਵਿਦਾਸ ਖਲਾਸ ਚਮਾਰਾ। ਸੋ ਰਵਿਦਾਸ ਜੀ ਆਖਦੇ ਹਨ ਜਿਹੜੇ ਮੁਕਤ ਹੋ ਚੁੱਕੇ ਹਨ, ਕਹਿੰਦੇ ਅਸੀਂ ਤਾਂ ਮੁਕਤ ਹੋ ਗਏ ਹਾਂ। ਖਲਾਸ ਦਾ ਮਤਲਬ ਮੁਕਤ ਹੋ ਗਏ ਹਾਂ। ਕਿਹੜੀ ਚੀਜ਼ ਤੋਂ ਮੁਕਤ ਹੋ ਗਏ ਹਾਂ? ਇੱਕ ਮੁਕਤੀ ਜਿਹੜੀ ਆ ਉਹ ਲੋਕ ਮਰਨ ਤੋਂ ਬਾਅਦ ਕਰਾਉਂਦੇ, ਆਪਣੇ ਬਜ਼ੁਰਗਾਂ ਦੀ ਮਰਨ ਤੋਂ ਬਾਅਦ ਕਰਾਉਂਦੇ ਫਿਰਦੇ ਆ। ਕਿਤੇ ਗੰਗਾ ਜਾ, ਕਿਤੇ ਹਰਿਦੁਆਰ ਜਾ, ਕਿਤੇ ਪਤਾਲਪੁਰੀ ਜਾ। ਇੱਥੇ ਉਸ ਮੁਕਤੀ ਦੀ ਕੋਈ ਗੱਲ ਨਹੀਂ, ਨਾ ਉਹਦਾ ਮੁਕਤੀ ਕੋਈ ਹੱਡੀਆਂ ਨਾਲ ਮਿਲਦੀ ਆ। ਇੱਥੇ ਖਲਾਸ ਦਾ ਮਤਲਬ ਹੈ ਮੋਹ ਮਾਇਆ ਤੋਂ ਮੁਕਤ ਹੋਣਾ, ਜਿਉਂਦਿਆਂ ਹੀ ਮਰਨਾ, ਜਿਉਂਦਿਆਂ ਹੀ ਮੋਹ ਮਾਇਆ ਵੱਲੋਂ ਮਰਨਾ, ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਜਾਣਾ। ਇਹ ਵਾਸ਼ਨਾਵਾਂ ਤ੍ਰਿਸ਼ਨਾ ਜਿਹੜੀ ਆ ਉਹਦੇ ਵੱਲੋਂ ਰੱਜ ਜਾਣਾ, ਇਹਨੂੰ ਕਹਿੰਦੇ ਆ ਮੁਕਤ ਹੋ ਗਿਆ। ਅਤੇ ਬਾਣੀ ਵੀ ਜਿਉਂਦਿਆਂ ਹੀ ਮੁਕਤ ਹੋਣ ਵਾਸਤੇ ਬਹੁਤ ਸਾਰੇ ਉਪਦੇਸ਼ ਕਰਦੀ ਹੈ। ਮਰਨ ਤੋਂ ਬਾਅਦ ਮੁਕਤੀ ਜਿਹੜੀ ਹੈ ਉਹਦੇ ਬਾਰੇ ਗੱਲ ਨਹੀਂ ਕਰਦੀ। ਜਿਉਂਦਿਆਂ ਹੀ ਜੋ ਮੁਕਤ ਹੋ ਚੁੱਕੇ ਹਨ ਰਵਿਦਾਸ ਜੀ, ਖਲਾਸ ਹੋ ਚੁੱਕੇ ਹਨ ਮੋਹ ਮਾਇਆ ਤੋਂ, ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿ ਰਹੇ ਹਨ। ਅਤੇ ਉਹ ਕਹਿੰਦੇ ਹਨ ਜੋ ਹਮ ਸ਼ਾਹਰੀ ਸੋ ਮੀਤ ਹਮਾਰਾ। ਸਾਡਾ ਮਿੱਤਰ ਉਹ ਹੈ, ਸਾਡਾ ਮਿੱਤਰ ਕੌਣ ਹੈ? ਜਿਹੜਾ ਹਮ ਸ਼ਹਿਰੀ ਹੈ। ਹਮ ਸ਼ਹਿਰੀ ਮਤਲਬ ਜੋ ਸਾਡੇ ਸ਼ਹਿਰ ਵਿੱਚ ਰਹਿਣ ਵਾਲਾ। ਜੇ ਸ਼ਹਿਰ ਵਿੱਚ ਅਸੀਂ ਰਹਿੰਦੇ ਹਾਂ ਤਾਂ ਇਹ ਸ਼ਹਿਰ, ਮੈਂ ਫਿਰ ਅਰਜ਼ ਕਰਦੇ, ਇੱਟਾਂ ਬੱਟਿਆਂ ਵਾਲਾ ਸ਼ਹਿਰ ਨਹੀਂ ਇਹ ਜਿੱਥੇ ਘਰ ਬਣੇ ਆ। ਇਹ ਸ਼ਹਿਰ ਹੈ ਮਨ ਦੀ ਇੱਕ ਅਵਸਥਾ। ਤੋ ਮਨ ਦੀ ਅਵਸਥਾ ਜਿਹੜਾ ਬੇਗਮਪੁਰਾ ਬਣ ਗਿਆ, ਤੋ ਜਿਹੜਾ ਬੇਗਮਪੁਰੇ ਦਾ ਸਾਥੀ ਬਣ ਗਿਆ, ਜਿਹੜਾ ਸਾਡਾ ਸਤਸੰਗੀ ਬਣ ਗਿਆ ਹੈ, ਇਸ ਤਰ੍ਹਾਂ ਮੋਹ ਮਾਇਆ ਤੋਂ ਰਹਿਤ ਹੋ ਗਿਆ ਹੈ, ਉਹ ਸਾਡਾ ਮਿੱਤਰ ਹੈ। ਜੋ ਹਮ ਸ਼ਹਿਰੀ, ਇਸ ਸ਼ਹਿਰ ਦਾ ਵਾਸੀ ਬਣ ਗਿਆ। ਜੇ ਸ਼ਹਿਰ ਵਿੱਚ ਮੈਂ ਵਸਣ ਲੱਗ ਪਿਆ ਹੁਣ, ਆਤਮਿਕ ਅਵਸਥਾ ਜਿਸ ਸ਼ਹਿਰ ਵਿੱਚ, ਜਿਸ ਸਟੇਜ 'ਤੇ ਚਲੇ ਗਈ ਹੈ, ਤੋ ਜਿਹੜੇ ਸੱਜਣ ਜਿਹੜੇ ਇੱਥੇ ਆ ਕੇ ਇਸ ਅਵਸਥਾ ਵਿੱਚ ਚਲੇ ਗਏ ਹਨ, ਉਹ ਮੇਰੇ ਸਾਥੀ ਹਨ, ਉਹ ਮੇਰੇ ਮਿੱਤਰ ਹਨ। ਤੋ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਉਹ ਸਾਡਾ ਮਿੱਤਰ ਹੈ ਜਿਹੜਾ ਸਾਡਾ ਸ਼ਹਿਰੀ ਬਣ ਗਿਆ, ਜਿਹੜਾ ਸਾਡਾ ਸਤਸੰਗੀ ਬਣ ਗਿਆ, ਜਿਹੜਾ ਸਾਡੇ ਜਿਹੜੇ ਵਿਚਾਰ ਹਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਿਹੜੇ ਵਿਚਾਰ ਹਨ ਉਹਨਾਂ ਦਾ ਧਾਰਨੀ ਬਣ ਗਿਆ। ਅਤੇ ਜਿੱਥੇ ਆਤਮਾ ਪਹੁੰਚ ਚੁੱਕੀ ਹੈ, ਜਿਹੜਾ ਆਪਣੇ ਮਨ ਨੂੰ ਇਸ ਤਰ੍ਹਾਂ ਉੱਚੇ ਟਿਕਾਣੇ 'ਤੇ ਲੈ ਗਿਆ, ਸਾਡਾ ਕਹਿੰਦੇ ਉਹੀ ਮਿੱਤਰ ਹੈ। ਬਾਕੀ ਦੁਨੀਆ ਵਿੱਚ ਮਿੱਤਰਤਾ ਬਥੇਰੇ ਹਨ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੱਟੇਂਦੀ ਨਾ ਲਹਾਂ। ਗੱਲਾਂ ਨਾਲ ਬੜੇ ਮਿੱਤਰ ਕਹਿੰਦੇ ਬਣ ਜਾਂਦੇ ਨੇ, ਪਰ ਜਿਹੜਾ ਮਿੱਤਰ ਚਾਹੀਦਾ ਆ ਉਹ ਮਿੱਤਰ ਜਿਹੜਾ ਲੱਭਦਾ ਨਹੀਂ। ਦੁੱਖਾਂ ਜਿਉਂ ਮਾਲੀ ਕਾਰਨ ਤਿਨਾ ਮਾਂ ਪਿਰੀ। ਉਹ ਮਾਂ ਪਿਰੀ ਪਾਠ ਨਹੀਂ, ਮਾਂ ਪਿਰੀ। ਮਾਂ ਪਿਰੀ ਮੈਂ ਆਪਣੇ ਪਿਆਰੇ ਦੀ ਭਾਲ ਵਿੱਚ ਹਾਂ, ਐਸੇ ਮਿੱਤਰ ਦੀ ਭਾਲ ਵਿੱਚ ਹਾਂ। ਤੋ ਇਹ ਮਿੱਤਰ ਜਿਹੜਾ ਹੈ, ਇੱਥੇ ਰਵਿਦਾਸ ਜੀ ਕਹਿੰਦੇ ਹਨ ਕਿ ਸਾਡਾ ਉਹ ਮਿੱਤਰ ਹੈ ਜਿਹੜਾ ਸਾਡਾ ਸ਼ਹਿਰੀ ਹੈ। ਤੋ ਇਸ ਤਰ੍ਹਾਂ ਇੱਥੇ ਬਾਬਾ ਰਵਿਦਾਸ ਜੀ ਦੀ ਬਾਣੀ ਹੈ। ਤੋ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ।